ਹਾਲੇਲੂਇਆ ਹਾਲੇਲੂਇਆ। ਧੰਨਵਾਦ ਹੋ ਪਰਮੇਸ਼ਰ। ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਹੋਵੇ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾफ़ ਕਰੋ, ਸਾਡੇ ਕਰਜ਼ਿਆਂ ਨੂੰ ਮਾफ़ ਕਰੋ। ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾफ़ ਕਰਦੇ ਹਾਂ। ਸਵਰਗੀ ਪਿਤਾ, ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਆਪਣੇ ਬਚਨ ਦੀ ਰੋਟੀ ਸਾਡੇ ਮੂੰਹ 'ਚ ਸਵਾਸਾਂ ਦੇ ਨਾਲ ਹਰ ਦਮ ਪਾਉਂਦਾ ਰਹੀ। हे ਮੇਰੇ ਪਿਤਾ, ਤੇਰਾ ਧੰਨਵਾਦ ਕਰਦੇ ਹਾਂ। ਆਮੀਨ। ਤੇਰਾ ਧੰਨਵਾਦ ਮੇਰੇ ਪਰਮੇਸ਼ਰ ਜੀ, ਤੇਰਾ ਧੰਨਵਾਦ ਕਰਦੇ ਹਾਂ। हे ਪਰਮੇਸ਼ਰ, ਤੇਰਾ ਧੰਨਵਾਦ ਹੋ, ਧੰਨਵਾਦ। ਪਰਮੇਸ਼ਰ ਨੇ ਇੱਕ ਆਪਾਂ ਨੂੰ ਪਰਮੇਸ਼ਰ ਦਾ ਬਹੁਤ ਗੁੱਝੇ ਭੇਦਾਂ ਦਾ ਗੀਤ ਦਿੱਤਾ। ਜਿਸ ਤਰ੍ਹਾਂ ਮੈਂ ਤੁਹਾਨੂੰ ਪਰਮੇਸ਼ਰ ਦੀ ਹੁਕਮ ਅਨੁਸਾਰ ਹਰ ਵੇਲੇ ਮੇਰੇ ਤੋਂ ਬੁਲਾਉਂਦਾ ਹੈ ਇਹ ਚੀਜ਼ ਨੂੰ, ਕਿਉਂਕਿ ਜਿਹੜੇ ਆਪਣੀ ਬੱਚੀ ਦੇ ਹਿਰਦੇ ਵਿੱਚੋਂ ਗੀਤਾਂ ਨੂੰ ਉਤਪੰਨ ਕਰਦਾ ਆ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਇਹ ਤੋਂ ਬ੍ਰਹਮ ਦੀ ਵਿਚਾਰ ਆ, ਅਸਲੀਅਤ ਆ। ਇਹ ਅਸਲੀ ਫਰੂਟ ਦਾ ਜੂਸ ਆ। ਇਹ ਕੋਈ ਐਵੇਂ ਓਪਰੇ ਜਿਹਾ ਗੀਤ ਨਹੀਂ ਹੈਗੇ। ਇਹ ਗੀਤ ਆ ਜਿਹੜਾ ਇਹ ਪ੍ਰਭੂ ਦੇ ਗੁਰਬਾਣੀ, ਪ੍ਰਭੂ ਦੇ ਬਚਨ ਦਾ ਅਰਥਾਂ ਦਾ ਗੀਤ ਆ, ਤੋ ਸੱਚਾਈ ਦਾ ਗੀਤ ਆ। ਕਿ ਵਰਸ਼ਿਪ ਦੇ ਨਾਲ ਜਿਸ ਤਰ੍ਹਾਂ ਇਹਨੂੰ ਪਹਿਲੋਂ ਕਿਉਂਕਿ ਬਾਜੇ 'ਤੇ ਇਹਨੂੰ ਗਾ ਲਿਆ ਆ, ਪ੍ਰਭੂ ਦੀ ਦੇਣ ਆ, ਤਾਂ ਹੁਣ ਇਹਨੂੰ ਰਿਕਾਰਡ ਕਰਕੇ ਬਾਜੇ ਨਾਲ ਇੱਕ ਦੇ ਉੱਤੇ ਹੁਣ ਆਪਾਂ ਇਹਨੂੰ ਸ਼ੋਅ ਕਰ ਰਹੇ ਹਾਂ ਕਿ ਨਾਲ ਬਹੁਤ ਅਸਲੀਅਤ ਐਨ ਗੁੱਡ ਬਚਨ ਵੀ ਫਿਰ ਬੋਲ ਸਕਾਂਗੇ ਅਤੇ ਗਾ ਵੀ ਸਕਾਂਗੇ। ਨਹੀਂ ਤਾਂ ਦੋਨੋਂ ਕੰਮ ਬੰਦੇ ਨਾਲ ਹੋਰ ਚਾਹੀਦੇ ਆ, ਤਾਂ ਦੋਨੋਂ ਕੰਮ ਇਹ ਹੁੰਦੇ ਆ ਜੇ ਦੂਜਾ ਬੰਦਾ ਨਾਲ ਹੋਵੇ। ਅਤੇ ਤਾਂ ਮੇਰਾ ਪਰਮੇਸ਼ਰ ਮੇਰੇ ਨਾਲ ਆ, ਅਤੇ ਪ੍ਰਭੂ ਦੇ ਪਤਵੰਤੇ ਸੱਜਣ ਮੇਰੇ ਅੰਦਰ ਉਤਪੰਨ ਬੈਠੇ ਆ ਪੂਰੇ, ਜਿਹੜੇ ਗੱਲਬਾਤ ਕਰਦੇ ਆ, ਅਤੇ ਉਹਨਾਂ ਦੇ ਦੁਆਰਾ ਇਹ ਗੀਤ ਜਿਹੜਾ ਰਲ ਮਿਲ ਕੇ ਗਾਇਆ ਜਾਣਾ ਆ। ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਸਾਰੇ ਸੁਣਨ ਵਾਲੀ ਪ੍ਰਭੂ ਦੇ ਰੂਹਾਂ ਨੂੰ, ਜਿਹੜੀਆਂ ਤਰਸਦੀਆਂ ਆ, ਭਿੱਜੀਆਂ ਹੋਈਆਂ ਆ ਔਰ ਸੱਚਾਈ ਸੁਣਨਾ ਮੰਗਦੀਆਂ ਆ। ਅਤੇ ਪਰਮੇਸ਼ਰ ਨੂੰ ਸੱਚਾਈ ਹੀ ਚੰਗੀ ਲੱਗਦੀ ਆ, ਕਿਉਂਕਿ ਅਸੀਂ ਗੱਲਾਂ ਬਾਤਾਂ ਦੇ ਨਾਲ ਤਾਂ ਬਹੁਤ ਕੁਝ ਕਰ ਲੈਂਦੇ ਵੀ ਗੱਲੀ ਬਾਤੀ ਚੰਗੀਆਂ ਅਤੇ ਉਚਾਰੀ ਬੁਰੀਆਂ। ਉਹ ਚੀਜ਼ ਚਾਲ ਚਲਣ ਪਰਮੇਸ਼ਰ ਕਹਿੰਦਾ ਤੁਹਾਡਾ ਕੈਸਾ ਆ। ਉਹ ਇਸ ਗੀਤ ਦੇ ਵਿੱਚ ਪਰਮੇਸ਼ਰ ਨੇ ਉਹ ਭੇਦ ਖੋਲ੍ਹੇ ਆ ਕਿ ਜਿਹੜੇ ਆਪਣੇ ਜ਼ਬਾਨ ਤੋਂ ਵਰਣਨ ਨਹੀਂ ਹੋ ਸਕਦੇ। ਦਿਲ ਪਾੜਾਂ 'ਤੇ ਸਾਡੇ ਦਿਲ ਵਿੱਚੋਂ ਰਾਤਤ ਨਿਕਲ ਸਕਦੀ ਆ ਔਰ ਉਹ ਬਚਨ ਨਹੀਂ ਪ੍ਰਗਟ ਹੋ ਸਕਦੇ ਬੋਲ ਕੇ। ਜਿਹੜੇ ਉਹ ਗੀਤਾਂ ਦੇ ਥਰੂ ਜਿਹੜੇ ਉਸ ਰਮਜ ਨੂੰ ਜਾਣਨਗੇ, ਜਿਹੜੇ ਉਸ ਗੀਤ ਦੀ ਰਮਜ ਨੂੰ ਬੁੱਝਣਗੇ, ਉਹ ਜ਼ਰੂਰ ਹੀ ਸਮਝ ਲੈਣਗੇ ਕਿ ਇਸ਼ਾਰਾ ਸਾਡੇ ਵੱਲ ਕਿੰਨਾ ਡੂੰਘਾ ਆ, ਇਸ਼ਾਰਾ ਸਾਡੇ ਵੱਲ ਕਿੰਨਾ ਇਹ ਪਰਮੇਸ਼ਰ ਦਾ ਉੱਚਾ ਆ, ਇਸ਼ਾਰਾ ਸਾਡੇ ਵੱਲ ਪਰਮੇਸ਼ਰ ਦਾ ਇਹ ਕਿੰਨਾ ਸੁੱਚਾ ਆ। ਕਿਉਂਕਿ ਸੱਚੀ ਮੁੱਚੀ ਜਦ ਅਸੀਂ ਪਰਮੇਸ਼ਰ ਨੇ ਸਾਨੂੰ ਸਿੱਧੀ ਗੱਲ ਕਹਿਤੀ ਵੀ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਆ ਤਾਂ ਮੇਰੇ ਪਿੱਛੇ ਸਲੀਬ ਚੱਕ ਕੇ ਆ ਜਾਓ। ਖੁੱਲ੍ਹ ਖੁੱਲ੍ਹਾ ਪਰਮੇਸ਼ਰ ਦੇ ਨਾਲ ਮਿਲਣਾ ਉਦੋਂ ਹੀ ਸੌਖਾ ਹੁੰਦਾ ਆ ਜਦੋਂ ਅਸੀਂ ਪਰਮੇਸ਼ਰ ਦੇ ਤਨੋਂ ਅਤੇ ਮਨੋਂ ਹੋ ਜਾਈਏ। ਉਸ ਤੋਂ ਪਹਿਲਾਂ ਬਹੁਤ ਔਖਾ ਆ। ਜਿਨ੍ਹਾਂ ਦੇ ਗੱਲਾਂ ਸੁਣੀ ਦੀਆਂ ਆ ਕਿ ਮਨ ਨਹੀਂ ਟਿਕਦੇ ਤਾਂ ਉੱਥੇ ਹਾੜ ਆ। ਪਰ ਜਦੋਂ ਪਰਮੇਸ਼ਰ ਦੀ ਮਤਲਬ ਕਿ ਬਚਨ ਨੂੰ ਅਸੀਂ ਪੜ੍ਹਦੇ ਹਾਂ ਅਤੇ ਅਸੀਂ ਬਚਨ ਨੂੰ ਧਿਆਨ ਨਾਲ ਸੁਣਦੇ ਹਾਂ ਅਤੇ ਸਾਡਾ ਹਿਰਦਾ ਬਹੁਤ ਛੇਤੀ ਕਲੀਨ ਹੋਣ ਲੱਗ ਪੈਂਦਾ ਆ। ਪਿਆਰਿਓ, ਇਹ ਗੱਲ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਆ। ਆਪਾਂ ਪਹਿਲਾਂ ਥੋੜ੍ਹਾ ਜਿਹਾ ਬਚਨ ਦੀਆਂ ਉਦਾਹਰਨਾਂ ਦਿੰਦੇ ਹਾਂ ਕਿ ਪਰਮੇਸ਼ਰ ਸਾਨੂੰ ਕੀ ਕਹਿੰਦੇ ਆ, ਅਤੇ ਪਰਮੇਸ਼ਰ ਮਿਹਰ ਕਰੇ ਜਿਹੜਾ ਇਸ ਗੀਤ ਨੂੰ ਪਿਆਰ ਦੇ ਨਾਲ, ਇਹਨਾਂ ਬਚਨਾਂ ਨੂੰ ਪਰਮੇਸ਼ਰ ਦਿਆਂ ਨੂੰ ਪਿਆਰ ਦੇ ਨਾਲ ਸੁਣੂਗਾ, ਨਾਲ ਗਾਊਗਾ, ਅਤੇ ਉਹਦੇ ਘਰ ਦੇ ਵਿੱਚ ਬਰਕਤਾਂ ਹੀ ਬਰਕਤਾਂ ਵਰਨਗੀਆਂ। ਉਹਦੇ ਹਿਰਦੇ ਵਿੱਚ, ਉਹਦੇ ਘਰ ਵਿੱਚ, ਉਹਦੇ ਪਰਿਵਾਰ ਵਿੱਚ ਬਰਕਤਾਂ ਆਉਣਗੀਆਂ। ਉਹਦਾ ਹਿਰਦਾ ਜਿਹੜਾ ਆ ਪਰਮੇਸ਼ਰ ਆਪਣੇ ਪ੍ਰੇਮ ਦੇ ਲਹੂ ਦੇ ਨਾਲ ਧੋ ਦਊਗਾ, ਕਿਉਂਕਿ ਉਹ ਸਾਨੂੰ ਧੋਣ ਵਾਸਤੇ ਹੀ ਆਇਆ। ਤਾਂ ਆਪਾਂ ਸਮਝੀਏ ਇਸ ਗੱਲ ਨੂੰ ਕਿ ਪਰਮੇਸ਼ਰ ਜੀ ਸਾਨੂੰ ਕੀ ਕਹਿਣਾ ਚਾਹੁੰਦੇ ਆ। ਕਹਿੰਦੇ ਆ ਲੜਾਈਆਂ, ਇਹ ਹੈਗਾ ਯਾਕੂਬ
ਯਕੂਬ ਚੈਪਟਰ 4 ਦੀ ਆਪਾਂ ਪਹਿਲੀ ਆਇਤ ਤੋਂ ਆਪਾਂ ਪੜਾਂਗੇ ਇਹਨੂੰ 10 ਤੱਕ। ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ? ਕੀ ਇੱਥੋਂ ਨਹੀਂ, ਅਰਥਾਤ ਤੁਹਾਡੀਆਂ ਭੋਗ ਵਿਲਾਸਾਂ ਤੋਂ, ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ। ਅੱਖਾਂ 'ਚ ਕਰਦੇ ਆ, ਜ਼ਬਾਨ ਵਿੱਚ ਕਰਦੇ ਆ, ਕੰਨਾਂ ਵਿੱਚ ਕਰਦੇ ਆ, ਮਲਮੂਤਰ ਇੰਦਰੀਆਂ ਦੇ ਵਿੱਚ ਕਰਦੇ ਆ। ਇਹ ਯੁੱਧ ਜਿਹੜਾ ਹੈ ਨਾ, ਨਾਸਕਾਂ 'ਚ ਕਰਦੇ ਆ। ਇਹ ਯੁੱਧ ਤੁਹਾਡੀਆਂ ਆਪਣੀਆਂ ਸਾਡੀਆਂ ਇੰਦਰੀਆਂ ਦੇ ਵਿੱਚ ਵੜੇ ਹੋਏ ਆ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰਦੇ ਹਾਂ। ਅਸੀਂ ਸੋਚਦੇ ਅਸੀਂ ਕੁਛ ਚੰਗਾ ਹੀ ਕਰੀ ਜਾਂਦੇ ਹਾਂ, ਪਰ ਜਿੰਨਾ ਚਿਕਰ ਇਹਨਾਂ ਅੱਖਾਂ ਦੇ ਵਿੱਚ ਉਸ ਪ੍ਰੇਮ ਦੇ, ਮੇਰਾ ਜਿਹੜਾ ਪਰਿਪੂਰ ਪਰਮੇਸ਼ਰ ਆ, ਜਿਹਨੇ ਸਾਨੂੰ ਸਾਜਿਆ ਆ, ਇਹਨਾਂ ਅੱਖਾਂ ਦੇ ਵਿੱਚ ਉਹਨੂੰ ਦੇਖਣ ਦੀ ਸਿੱਕ ਨਾ ਪੈਦਾ ਹੋਈ, ਤੜਫ ਨਾ ਪੈਦਾ ਹੋਈ। ਜਦੋਂ ਅਸੀਂ ਕਿਸੇ ਦੇ ਹੋਰ ਵਿਛੋੜਿਆਂ 'ਚ ਰੋਨੇ ਆ, ਸਾਡੇ ਹੰਝੂ ਡਿੱਗਦੇ ਆ, ਤੇ ਪਰਮੇਸ਼ਰ ਦੇ ਵਿਛੋੜੇ ਵਿੱਚ ਸਾਨੂੰ ਕਦੀ ਹੰਝੂ ਨਹੀਂ ਡਿੱਗਿਆ। ਉਹ ਕਹਿੰਦਾ ਤੇਰੇ ਪ੍ਰੇਮ ਦੇ ਹੰਝੂ ਮੈਂ ਤਾਂ ਕੁੱਪੀ ਵਿੱਚ ਸਾਂਭ ਕੇ ਰੱਖਦਾ। ਹੀਰਿਆਂ ਤੋਂ, ਜਵਾਹਰਾਤਾਂ ਤੋਂ ਓਵਰ ਜ਼ਿਆਦਾ ਕੀਮਤ ਉਹ ਤੇਰਾ ਇੱਕ ਅਥਰੂ ਰੱਖਦਾ ਆ। ਜੇ ਕਿਤੇ ਪਰਮੇਸ਼ਰ ਦੇ ਪ੍ਰੇਮ 'ਚ ਡਿੱਗੇ, ਪਰਮੇਸ਼ਰ ਦੇ ਪ੍ਰੇਮ 'ਚ ਅਸੀਂ ਹੰਝੂ ਨਹੀਂ ਕੀਰਦੇ, ਅਸੀਂ ਹੰਝੂ ਕੀਰਦੇ ਆਪਣੇ ਦੁੱਖਾਂ ਲਈ ਤੇ ਆਪਣੇ ਸੁੱਖਾਂ ਲਈ, ਪਰਮੇਸ਼ਰ ਦੇ ਮਿਲਾਪ ਲਈ ਨਹੀਂ। ਤਾਂ ਇੱਥੇ ਪ੍ਰਭੂ ਜੀ ਕਹਿੰਦੇ ਆ, ਇੰਦਰੀਆਂ ਵਿੱਚ ਇਹ ਤੁਹਾਡੇ ਯੁੱਧ ਕਰਦੇ ਆ। ਤੁਸੀਂ ਲੋਕ ਕਰਦੇ ਹੋ, ਸੁਣਿਓ ਗੱਲ ਫੇਰ ਦੁਬਾਰਾ, ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ। ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਹੁੰਦਾ, ਕੁਝ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਉੱਤੋਂ ਪਰਮੇਸ਼ਰ ਜੀ ਕਹਿੰਦੇ ਆ ਕਿ ਬੁੱਲਾਂ ਤੋਂ ਤਾਂ ਤੁਸੀਂ ਮੇਰਾ ਨਾਮ ਜਪਦੇ ਆ, ਪਰ ਹਿਰਦੇ ਵਿੱਚ ਤੁਹਾਡੇ ਜਲਸ ਪਈ ਆ। ਥੋੜ੍ਹਾ ਜਿਹਾ ਤੁਹਾਨੂੰ ਦਿਸਦਾ ਆ ਕੋਈ ਕਿ ਪ੍ਰੇਮੀ ਆ, ਅੱਗੇ ਲੰਘਦਾ ਆ, ਪ੍ਰਭੂ ਉੱਤੇ ਬੜੀ ਕਿਰਪਾ ਕਰਦਾ ਆ, ਤਾਂ ਉਹਦੇ ਲਈ ਪ੍ਰੇਮ ਦੇ ਨਾਲ ਉਹਦੇ ਨਾਲ ਵਰਤਾਅ ਕਰਨ ਦੀ ਸਿੱਖ ਪੈਦਾ ਨਹੀਂ ਹੋਣੀ, ਉਲਟਾ ਉਹਨੂੰ ਦਲਣ ਦੀ, ਉਲਟਾ ਉਹਨੂੰ ਪਛਾੜਨ ਦੀ, ਉਲਟਾ ਉਹਦੀ ਨਿੰਦਾ ਕਰਨ ਦੀ ਸਿੱਖ ਪੈਦਾ ਹੋ ਜਾਣੀ ਆ। ਇਹ ਚੀਜ਼ਾਂ ਜਿੰਨਾ ਚਿਰ ਸਾਡੇ ਵਿੱਚ ਆ, ਛੋਟੀ ਜਿਹੀ ਪਰਮੇਸ਼ਰ ਸਾਨੂੰ ਦੇਣ ਦਿੰਦਾ ਆ, ਤੇ ਅਸੀਂ ਸੋਚਦੇ ਖਬਰੇ ਅਸੀਂ ਕਿੰਨੇ ਵੱਡੇ ਹੋ ਗਏ ਆ। ਦੇਖੋ, ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ, ਤੁਹਾਡੇ ਪੱਲੇ ਕੁਝ ਨਹੀਂ ਪੈਂਦਾ। ਇਸ ਲਈ ਜੋ ਮੰਗਦੇ ਨਹੀਂ, ਉਹ ਤੁਸੀਂ ਜਿਹੜੀ ਅਸਲੀ ਦਾਤ ਆ ਨਾ, ਉਹ ਤੁਹਾਨੂੰ ਤਾਂ ਮਿਲਣੀ ਆ ਬਿਨ ਮੰਗਿਆਂ ਤੋਂ। ਮੰਗਣੀ ਵੀ ਆ, ਇਹਦਾ ਮਤਲਬ ਨਹੀਂ ਕਿ ਮੰਗਣੀ ਨਹੀਂ, ਮੰਗਣੀ ਵੀ ਆ, ਪਰ ਦਿਲ ਵੀ ਹੋਵੇ ਤੇ ਜੀਭ ਵੀ ਹੋਵੇ, ਦਿਮਾਗ ਵੀ ਹੋਵੇ, ਤਿੰਨੋਂ ਇਕੱਠੇ ਹੋਣ। ਪਰਮੇਸ਼ਰ ਕਹਿੰਦਾ ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ। ਤੁਸੀਂ ਕਹਿੰਦੇ ਅਸੀਂ ਤਾਂ ਬਹੁਤ ਪ੍ਰੇਮ ਦੇ ਨਾਲ ਕਰਦੇ ਹਾਂ, ਅਸੀਂ ਤਾਂ ਗੁੱਟਨੇ ਲਾ ਲਾ ਕੇ ਕਰਦੇ ਹਾਂ, ਅਸੀਂ ਤਾਂ ਦਸਵੰਧ ਵੀ ਕੱਢਦੇ ਹਾਂ, ਅਸੀਂ ਤਾਂ ਜੇ ਕਰਦੇ ਉਹ ਕਰਦੇ, ਪਰ ਉਹ ਅੰਦਰ ਦੀ ਗੱਲ ਨੂੰ ਜਾਣਦਾ ਆ ਕਿ ਤੇਰੇ ਅੰਦਰੋਂ ਹੰਕਾਰ ਤੇ ਈਰਖਾ ਮਰੇ ਨੇ। ਇਹਨਾਂ ਨੂੰ ਆਪਣੇ ਹਿਰਦੇ ਵਿੱਚੋਂ ਕੱਢ ਦੇ, ਇਹਨਾਂ ਨੂੰ ਲੂਜ਼ ਸਿੱਟ। ਪਰਮੇਸ਼ਰ ਇਹਨਾਂ ਨੂੰ ਅੱਗ ਲਾਉਣ ਆਇਆ, ਪਰਮੇਸ਼ਰ ਇਹਨਾਂ ਨੂੰ ਨਾਸ਼ ਕਰਨ ਵਾਸਤੇ ਆਇਆ। ਪਰਮੇਸ਼ਰ ਦਾ ਜਦੋਂ ਬਚਨ ਪ੍ਰੇਮ ਨਾਲ ਪੜ੍ਹੋਗੇ ਨਾ, ਪ੍ਰੇਮ ਨਾਲ, ਤੇ ਗਹਿਰੇ ਭੇਦ ਖੋਲੂਗਾ ਪਰਮੇਸ਼ਰ, ਤੇ ਇਹ ਫਿਰ ਸਾਡੇ ਅੰਦਰੋਂ ਸੜ ਜਾਣਗੇ, ਖਤਮ ਹੋਣਗੇ। ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ, ਪਰ ਜੋ ਤਬਦੀਲੀ ਨਾਲ ਮੰਗਦੇ ਹੋ, ਭਈ ਆਪਣਿਆਂ ਭੋਗ ਵਿਲਾਸਾਂ ਵਿੱਚ ਉਡਾ ਦਿਓ। ਭੋਗ ਵਿਲਾਸਾਂ ਵਿੱਚ ਉਡਾ ਦਿਓ ਤਬਦੀਲੀ ਨਾਲ, ਭਾਵ ਕਿ ਬਸ ਛੋਟੀ ਜਿਹੀ ਮੈਨੂੰ ਥੋੜ੍ਹੀ ਜਿਹੀ ਪ੍ਰਾਰਥਨਾ ਕਰਨੀ ਆ ਜਾਵੇ ਤਾਂ ਬਸ ਫਿਰ ਮੇਰੀ ਰੋਟੀ ਰੋਜੀ ਚੱਲ ਪੈਣੀ ਆ। ਬਸ ਮੈਨੂੰ ਪ੍ਰਾਰਥਨਾ ਕਰਨੀ ਆ ਜਾਵੇ, ਮਤਲਬ ਕਿ ਗਿਆਨ ਦੀਆਂ 2-4 ਗੱਲਾਂ ਆ ਜਾਣ, ਜਾਂ ਮੈਨੂੰ ਪਾਠ ਕਰਨਾ ਆ ਜਾਵੇ, ਤਾਂ ਜਾਂ ਮੈਨੂੰ ਪ੍ਰਾਰਥਨਾ ਕਰਨੀ, ਪ੍ਰਭੂ ਦੇ ਵਿੱਚ ਪ੍ਰਾਰਥਨਾ ਕਰਨੀ ਬੜੀ ਆ ਜਾਵੇ, ਤਾਂ ਬਸ ਕੰਮ ਗੱਲ ਬਣ ਗਈ। ਤੇ ਇਸ ਕਰਕੇ ਪਿੱਛੇ ਹੋਣ ਦਿਆ ਕਿ ਮੇਰੀ ਰੋਜੀ ਰੋਟੀ, ਮੈਨੂੰ ਹੋਰ ਕੋਈ ਕੰਮ ਨਾ ਕਰਨਾ ਪਵੇ। ਉਹ 10 ਦੀ ਕਿਰਤ ਕਰ ਤੇ ਖਾ ਪੀ, ਬਾਕੀ ਦਾ ਸਮਾਂ ਪ੍ਰਭੂ 'ਚ ਪ੍ਰੇਮ ਦੇ ਵਿੱਚ ਬਿਤਾ, ਜੋ ਮੁਫਤ 'ਚ ਮਿਲਿਆ ਤੇ ਮੁਫਤ 'ਚ ਵੰਡ। ਇਸ ਤਰ੍ਹਾਂ ਪ੍ਰਭੂ ਕਹਿੰਦਾ ਆ, ਹੇ ਬੇਵਿਚਾਰਨੋ, ਕੀ ਤੁਹਾਨੂੰ ਮਾਲੂਮ ਨਹੀਂ ਭਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ। ਜਿਹੜਾ ਸੰਸਾਰ ਦਾ ਮਿੱਤਰਚਾਰਾ, ਇਹ ਤੁਹਾਡੇ ਅੰਦਰ ਸੰਸਾਰ ਦਾ ਹੀ ਮਿੱਤਰਚਾਰਾ ਆ।
ਭਾਵੇਂ ਬੁੱਲਾਂ ਦੇ ਵਿੱਚ ਬਾਣੀ ਆ, ਭਾਵੇਂ ਅਸੀਂ ਬਾਈਬਲ ਤੇ ਬਚਨ ਪੜ੍ਹਦੇ ਹਾਂ, ਭਾਵੇਂ ਅਸੀਂ ਗਿਆਨ ਦੀਆਂ ਗੱਲਾਂ ਕਰਦੇ ਹਾਂ, ਪਰ ਜੇ ਸਾਡੇ ਅੰਦਰ ਹਉਮੈ ਆ, ਸਾਡੇ ਅੰਦਰ ਵੱਡੇ ਬਣਨ ਦਾ ਮੈਂ ਬੱਕਰੇ ਦੀ ਤਰ੍ਹਾਂ ਸਾਡੇ ਅੰਦਰ ਉਹ ਵਸਿਆ ਪਿਆ ਆ ਕਿ ਮੈਂ ਸਭ ਤੋਂ ਅੱਗੇ ਲੰਘਾਂ, ਮੈਂ ਸਭ ਤੋਂ ਵੱਡਾ ਹੋਵਾਂ, ਮੇਰੇ ਵਰਗਾ ਕੋਈ ਹੋਰ ਗਿਆਨੀ ਨਾ ਹੋਵੇ, ਮੇਰੇ ਵਰਗਾ ਹੋਰ ਕੋਈ ਡਾਕਟਰ ਨਾ ਹੋਵੇ, ਮੇਰੇ ਵਰਗਾ ਕੋਈ ਇੰਜੀਨੀਅਰ ਨਾ ਹੋਵੇ, ਮੈਂ ਹੀ ਸਭ ਤੋਂ ਅੱਗੇ। ਇਹ ਜਦੋਂ ਤੁਹਾਡੇ ਅੰਦਰ ਇਹ ਚੀਜ਼ ਵਸਦੀ ਹੈ ਤਾਂ ਪਰਮੇਸ਼ਰ ਕਹਿੰਦਾ ਤੁਸੀਂ ਮੇਰੇ ਵੈਰੀ ਆ। ਉਸ ਵੇਲੇ ਇਹ ਮਿੱਤਰ ਤਾਰਾ ਜਿਹੜਾ ਮੰਗਦੇ ਆ ਨਾ, ਇਹ ਸੰਸਾਰਿਕ ਆ, ਇਹ ਪਰਮੇਸ਼ਰ ਦਾ ਨਹੀਂ। ਪਰਮੇਸ਼ਰ ਦਾ ਮਿੱਤਰ ਤਾਰਾ ਜਿਹੜਾ ਆ ਉਹ ਇਸ ਤਰ੍ਹਾਂ ਦਾ ਨਹੀਂ ਹੈਗਾ। ਪਰਮੇਸ਼ਰ ਦਾ ਪ੍ਰੇਮ ਹੈਗਾ ਹਲੀਮੀ, ਸ਼ਾਂਤੀ, ਨਿਰਮਤਾ, ਸੰਜਮ, ਪਿਆਰ, ਝਗੜਾ ਨਹੀਂ, ਲੜਾਈ ਨਹੀਂ, ਫਸਾਦ ਨਹੀਂ। ਹਰ ਇੱਕ ਦੇ ਆਪ ਤੋਂ ਅੱਗੇ ਜਿਹੜਾ ਪਰਮੇਸ਼ਰ ਨੇ ਜਿਹਨੂੰ ਮਿਹਰ ਕੀਤੀ ਆ ਉਹਦੇ ਨਾਲ ਮੇਲ ਮਿਲਾਪ, ਉਹਦੇ ਨਾਲ ਜ਼ਿਆਦਾ ਪਿਆਰ ਕਰਨਾ, ਭੱਜ ਕੇ ਪਤਾ ਲੈਣਾ ਕਿਹੜਾ ਪ੍ਰਭੂ ਦਾ ਬੱਚਾ ਆ ਜਿਹੜਾ ਪ੍ਰੇਮ ਦੀਆਂ ਗੱਲਾਂ ਬਾਤਾਂ ਸਾਨੂੰ ਸੁਣੇ ਤੇ ਸਾਡੀਆਂ ਸੁਣੇ ਤੇ ਸਾਨੂੰ ਸੁਣਾਵੇ। ਸੱਚੀਆਂ ਗੱਲਾਂ ਜੋ ਪਰਮੇਸ਼ਰ ਕਹਿੰਦਾ, ਡੂੰਘੀਆਂ ਗੱਲਾਂ, ਉਹ ਚੀਜ਼। ਤੇ ਜੇ ਅਸੀਂ ਦੁਨੀਆ ਦੀਆਂ ਚੀਜ਼ਾਂ ਅੰਦਰੋਂ ਉਹ ਪੱਖ ਰੱਖਿਆ ਆ ਤੇ ਬਾਹਰੋਂ ਅਸੀਂ ਪਰਮੇਸ਼ਰ ਦੀ ਬਚਨ ਬੋਲਦੇ ਹਾਂ, ਤੇ ਅਸੀਂ ਸਾਰੇ ਹੀ ਪਰਮੇਸ਼ਰ ਦਾ ਨਹੀਂ, ਅਸੀਂ ਦੁਨੀਆ ਦਾ ਮਿੱਤਰ ਭਾਈ ਹਾਂ। ਤੇ ਫਿਰ ਮਿੱਤਰ ਦੁਨੀਆ ਦੇ ਆ ਤੇ ਅਸੀਂ ਪਰਮੇਸ਼ਰ ਦੇ ਵੈਰੀ ਹਾਂ। ਜਿੰਨਾ ਚਿਰ ਸਾਡੇ ਅੰਦਰੋਂ ਇਹ ਮਿੱਤਰ ਤਾਰਾ ਜਿਹੜਾ ਆ, ਮਿੱਤਰਚਾਰਾ ਨਾ ਗਿਆ, ਪਰਮੇਸ਼ਰ ਦਾ ਇਹਨਾਂ ਨਾਲ ਵੈਰ ਆ। ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਜੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ, ਸਮਝ ਲਓ ਫਿਰ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਆ, ਜਿਹਦੇ ਅੰਦਰੋਂ ਇਹ ਚੀਜ਼ ਹੈ, ਜਿਹਦੇ ਅੰਦਰ ਕਿ ਮੈਂ ਆ, ਬਸ ਮੇਰਾ ਹੀ ਜੋ ਕੁਛ ਵੱਡਾ ਹੋਵੇ, ਬਾਕੀ ਤਾਂ ਮੇਰੇ ਨੀਚੇ ਹੋਣ, ਬਾਕੀ ਸਭ ਦੇ ਨਾਂ ਥੱਲੇ ਹੋਣ, ਮੇਰਾ ਹੀ ਨਾਂ ਉੱਪਰ ਆਵੇ। ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰੋ, ਹੇ ਪਰਮੇਸ਼ਰ ਦਇਆ ਕਰੀ, ਸਾਰਿਆਂ ਦੇ ਉੱਤੇ ਇੰਨੀ ਦਇਆ ਕਰੀ, ਮਿਹਰ ਕਰੀ। ਹੇ ਪਰਮੇਸ਼ਰ ਸਭ ਦੇ ਘੁਟਨੇ ਤੇਰੇ ਅੱਗੇ ਲੱਗਣ। ਹੇ ਪਰਮੇਸ਼ਰ ਸਭ ਦੀਆਂ ਭੁੱਲਾਂ ਮਾਫ ਕਰੀ। ਹੇ ਪਰਮੇਸ਼ਰ ਸਭ ਦੇ ਹਿਰਦੇ ਉੱਤੇ ਆਪਣਾ ਪ੍ਰੇਮ ਦੇਈ, ਆਪਣੀ ਨਿਚਾ ਦੇਈ ਤੇ ਸਾਰਿਆਂ ਨੂੰ ਅੱਗੇ ਵਧਾਈ, ਤੇ ਕਿਸੇ ਦੇ ਪਿੱਛੇ ਮੇਰੇ ਤੇ ਵੀ ਦਇਆ ਕਰ ਦੇਈ, ਮੇਰੇ ਤੇ ਵੀ ਦਇਆ ਕਰ ਦੇਈ। ਬਸ ਹੇ ਪਰਮੇਸ਼ਰ ਤੂੰ ਤੇਰਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਤੇਰੇ ਦਾਸ ਜਦ ਮੂੰਹ ਖੋਲਣ ਤੇ ਖੁਸ਼ਖਬਰੀ ਦੇ ਭੇਦਾਂ ਨੂੰ ਖੋਲਣ। ਇੰਨਾ ਵੰਡਣ ਵੰਡਦੇ ਨਾ ਥੱਕਣ, ਤੇ ਮੰਗ ਕੋਈ ਨਾ ਹੋਵੇ। ਜੋ ਪ੍ਰਭੂ ਨੇ ਕੀਤਾ ਉਹਦੇ ਕਦਮਾਂ ਦੇ ਉੱਤੇ ਚੱਲਣ। ਉਹ ਤਾਂ ਨਹੀਂ ਕਰ ਸਕਦੇ ਅਸੀਂ ਕਦੀ ਵੀ, ਕਿਉਂਕਿ ਪਰਮੇਸ਼ਰ ਜਿਹੜਾ ਨਾ ਸਾਡਾ ਪਿਤਾ, ਜਿਹਦਾ ਪਿਤਾ ਪੜ੍ਹਿਆ 10 ਤੇ ਕਹਿੰਦਾ ਪੁੱਤ ਨੂੰ 12 ਪੜ੍ਹਾਉਣੀਆਂ, ਪਿਤਾ ਪੜ੍ਹਿਆ 12 ਤੇ ਕਹਿੰਦਾ ਪੁੱਤ ਆਪਣੇ ਨੂੰ ਮੈਂ 14 ਪੜ੍ਹਾਉਣੀਆਂ, 14 ਵਾਲਾ ਕਹਿੰਦਾ 16 ਕਰਾਉਣੀਆਂ। ਹਰ ਪਿਤਾ ਆਪਣੇ ਪੁੱਤ ਨੂੰ ਉੱਚਾ ਕਰਨਾ ਚਾਹੁੰਦਾ ਹੈ, ਤੇ ਸਾਡੇ ਪਰਮੇਸ਼ਰ ਯਿਸੂ ਮਸੀਹ ਨੇ ਸਾਨੂੰ ਉੱਚਿਆਂ ਕੀਤਾ ਆ, ਸਾਨੂੰ ਘਰ ਬੈਠਿਆਂ ਨੂੰ ਧਨ ਦੌਲਤ, ਕਮਾਈਆਂ, ਬਰਕਤਾਂ ਦਿੱਤੀਆਂ ਆ, ਸਾਰਾ ਕੁਝ ਦਿੱਤਾ ਆ, ਪਰ ਹੁਣ ਅਸੀਂ ਆਪਣਾ ਵਡੱਤਣ ਪੁਣੇ ਦੀ ਭੁੱਖ ਦੇ ਵਿੱਚ ਨਾ ਲੱਗੀਏ, ਇੱਥੋਂ ਅਸੀਂ ਬਚ ਜਾਈਏ। ਇਹ ਸੂਖਮ ਤੇ ਬਰੀਕੀ ਦੀ ਜਿਹੜੀ ਹੈ ਨਾ, ਇਹ ਸੇਕ ਆ ਸਾਡੇ ਅੰਦਰ, ਸੂਖਮ ਤੇ ਬਰੀਕ, ਇਹ ਜਿਹੜੀ ਆ ਜੈਲਸ, ਵਿਰੋਧ, ਈਰਖਾ, ਹੰਕਾਰ। ਇਸ ਮੈਂ ਦੇ ਬੱਕਰੇ ਨੂੰ ਅਸੀਂ ਬਲੀ ਚੜਾਈਏ, ਇਸ ਮੈਂ ਦੇ ਬੈਠ ਕੇ ਦੀ ਪਰਮੇਸ਼ਰ ਦੀ ਅਸੀਂ ਬਲੀ ਚੜਾ ਦਈਏ। ਤਾਂ ਗੀਤ ਵਿੱਚ ਉਹ ਭੇਟਾ ਕੀਤੀ ਗਈ ਆ ਜਿਹਦੀ ਜ਼ਬਾਨ ਤੋਂ ਵਰਣਨ ਨਹੀਂ ਕੀਤੀ ਜਾ ਸਕਦੀ, ਉਹਦੀ ਇੰਨੀ ਡੂੰਘਾਈ ਆ ਕਿ ਜ਼ਬਾਨ ਤੋਂ ਵਰਣਨ ਨਹੀਂ ਕੀਤੀ ਜਾ ਸਕਦੀ। ਆ ਪਰਮੇਸ਼ਰ ਦੇ ਬਚਨਾਂ ਨਾਲ ਬਿਲਕੁਲ ਪੂਰਾ ਤਾਲਮੇਲ ਉਹ ਖਾਂਦੀ ਆ। ਸੋ ਇਸ ਕਰਕੇ ਆਪਣੇ ਆਪ ਨੂੰ ਪਰਮੇਸ਼ਰ ਦਾ ਉਹ ਵੈਰੀ ਬਣਾਉਂਦਾ, ਜਿਹੜਾ ਐਸਾ ਇਨਸਾਨ ਜਿਹੜੇ ਚੀਜ਼ਾਂ ਅੰਦਰ ਆ ਵਸਦੀਆਂ ਆ ਕਿ ਮੈਂ ਵੱਡਾ ਹੋਵਾਂ, ਮੈਂ ਹੀ ਵੱਡਾ ਹੋਵਾਂ। ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ, ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਬੋਲਦਾ ਹੈ, ਪਰ ਉਹ ਹੋਰ ਕੀ ਕਿਰਪਾ ਕਰਦਾ ਹੈ। ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ, ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ। ਹੰਕਾਰੀਆਂ ਦਾ ਸਾਹਮਣਾ ਕਰਦਾ ਆ, ਉਹ ਹਲੀਮਾਂ ਦੇ ਉੱਤੇ ਕਿਰਪਾ ਕਰਦਾ ਆ। ਹਾਲੇਲੂਇਆ, ਹਲੀਮਾਂ ਉੱਤੇ ਕਿਰਪਾ ਕਰਦਾ ਆ। ਉਤਪੰਨ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਪਰਮੇਸ਼ਰ ਦੇ ਅਧੀਨ ਹੋਵੋ, ਆਪਣੇ ਘਰ ਵਿੱਚ ਹਲੀਮ ਬਣ ਜਾਓ,
ਅੰਦਰੋਂ ਬਾਹਰੋਂ ਹਲੀਮ ਹੋ ਜਾਓ ਤੇ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਜਦੋਂ ਤੁਸੀਂ ਸ਼ੈਤਾਨ ਦਾ ਸਾਹਮਣਾ ਕਰੋਗੇ ਨਾ, ਉਹ ਭੱਜ ਜਾਊਗਾ। ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ। ਇਹ ਨਿਸ਼ਾਨੀ ਹੋਊਗੀ। ਜਿੰਨਾ ਪਰਮੇਸ਼ਰ ਨਾਲ ਪ੍ਰੇਮ ਕਰੋਗੇ ਓਨਾ ਹੀ ਤੁਹਾਡੇ ਨੇੜੇ ਆਵੇਗਾ। ਜਿੰਨਾ ਪਰਮੇਸ਼ਰ ਦੇ ਨੇੜੇ ਜਾਓਗੇ ਓਨਾ ਹੀ ਤੁਹਾਡੇ ਪਰਮੇਸ਼ਰ ਨੇੜੇ ਆਊਗਾ। ਤੇ ਜਦੋਂ ਸ਼ੈਤਾਨ ਦੇ ਸਾਹਮਣਾ ਕਰੋਗੇ ਨਾ ਵੀ ਆ ਜਾ, ਮੈਂ ਵਸਤਰ ਸ਼ਸਤਰ ਪਰਮੇਸ਼ਰ ਦੇ ਪਹਿਨ ਕੇ ਖੜਾ ਹੋ ਗਿਆ, ਮੈਂ ਸਾਰੇ ਸ਼ਸਤਰ ਵਸਤਰ ਧਾਰਨ ਕਰ ਲਏ ਆ, ਅਫਸੀਆ 6 ਦੇ ਵਿੱਚ ਜਿਹੜੇ ਮੇਰੇ ਪਰਮੇਸ਼ਰ ਨੇ ਮੈਨੂੰ ਕਹੇ ਆ, ਮੈਂ ਤਕੜਾ ਤੇ ਤਿਆਰ ਪਰਾਕਰਮੀ ਤੇ ਧਰਮੀ ਯੋਧਾ ਆਪਣੇ ਪਰਮੇਸ਼ਰ ਦਾ ਤਿਆਰ ਖੜਾ ਆ। ਤੇ ਸ਼ੈਤਾਨ ਨੂੰ ਜਦੋਂ ਇਦਾਂ ਕਹੋਗੇ ਆ ਜਾ ਮੇਰੇ ਸਾਹਮਣੇ, ਤੇ ਉਹ ਤੁਹਾਡੇ ਸਾਹਮਣੇ ਭੱਜ ਜਾਊਗਾ, ਉਹ ਭੱਜੂਗਾ। ਤੇ ਪਰਮੇਸ਼ਰ ਨੂੰ ਕਹੋਗੇ ਪਰਮੇਸ਼ਰ ਮੈਂ ਤੇਰੇ ਪ੍ਰੇਮ ਦੇ ਵਿੱਚ ਅਧੀਨ ਆ, ਮੇਰੇ ਵਿੱਚ ਕੋਈ ਗੁਣ ਨਹੀਂ ਆ, ਸਾਹ ਜਿਹੜੇ ਆ ਤੇਰੇ ਤੂੰ ਚਲਾਉਂਦਾ ਪਿਆ ਆ, ਇਹ ਤੋਂ ਪਰੇ ਮੇਰਾ ਹੈ ਕੀ, ਸਾਹ ਨਹੀਂ ਤਾਂ ਕੱਖ ਵੀ ਨਹੀਂ। ਪਰਮੇਸ਼ਰ ਤੇਰਾ ਧੰਨਵਾਦ ਆ, ਮੈਂ ਕੋਈ ਵੱਡਾ ਨਹੀਂ, ਮੇਰੇ ਵਿੱਚ ਕੋਈ ਗੁਣ ਨਹੀਂ, ਮੇਰੇ ਵਿੱਚੋਂ ਜਿਹੜਾ ਵੀ ਔਗਣਿਆ ਉਹਨੂੰ ਸਾੜ ਦੇ। ਜਿਹੜਾ ਮੇਰੇ ਅੰਦਰ ਮੇਰੇ ਪਾਪਾ ਮੈਨੂੰ ਨਹੀਂ ਦਿਸਦਾ, ਮੈਂ ਬੱਚਾ ਆ, ਮੈਂ ਅਣਜਾਣ ਆ, ਪਰ ਮੇਰੇ ਔਗਣਾਂ ਨੂੰ ਸਾੜ ਦੇ। ਉਹ ਰੋ ਰੋ ਕੇ ਪਰਮੇਸ਼ਰ ਕੋਲ ਜਦੋਂ ਇਹ ਦਾਤ ਮੰਗਿਆ, ਤੇਰੇ ਔਗਣਾਂ ਨੂੰ ਜ਼ਰੂਰ ਸਾੜੂਗਾ, ਸਾਡੇ ਔਗਣਾਂ ਨੂੰ ਜ਼ਰੂਰ ਸਾੜੂਗਾ, ਸਾਡੇ ਅੰਦਰ ਅਗੰਮੀ ਰਸ ਪੈਦਾ ਕਰੂਗਾ, ਆਨੰਦ ਪੈਦਾ ਕਰੂਗਾ, ਗੁੱਝੇ ਭੇਦ ਖੋਲੂਗਾ। ਹਾਲੇਲੂਇਆ, ਹਾਲੇਲੂਇਆ। ਤੋ ਪਰ ਜਿਹੜਾ ਹਲੀਮਾ ਉੱਤੇ ਕਿਰਪਾ ਕਰਦਾ ਹੈ, ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ਰ ਦੇ ਨੇੜੇ ਜਾਓ ਤਾਂ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ। ਹੇ ਦੋ ਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਪਰਮੇਸ਼ਰ ਸਭ ਕੁਝ ਜਾਣਦਾ। ਅਸੀਂ ਦੋ ਛੱਡ ਕੇ ਅਸੀਂ ਚਾਰ ਚਿੱਤੇ ਬਣੇ ਰਹਿੰਦੇ ਹਾਂ। ਹਾਲੇਲੂਇਆ। ਦਿਲਾਂ ਨੂੰ ਪਵਿੱਤਰ ਕਰੋ, ਦੁਖੀ ਹੋਵੋ, ਸੋਗ ਕਰੋ। ਕੇਸੀ ਦਾ ਕਿ ਸਾਡੇ ਅੰਦਰੋਂ ਇਹ ਚੀਜ਼ਾਂ ਨਿਕਲ ਜਾਣ, ਇਹ ਸਾਡੇ ਅੰਦਰ ਨਾ ਰਹਿਣ। ਪ੍ਰਭੂ ਇਹਨਾਂ ਨੂੰ ਅੱਗ ਲਾ ਦੇ ਸਾਡੇ ਅੰਦਰੋਂ। ਜਿੱਥੇ ਸਾਨੂੰ ਦਿਸਦਾ ਆ ਕਿ ਇਸ ਬੰਦੇ ਨਾਲ ਮੇਰਾ ਬੜਾ ਪਿਆਰ ਸੀ, ਹੁਣ ਕੀ ਹੋ ਗਿਆ, ਹੁਣ ਤਾਂ ਉਹ ਗੱਲ ਹੀ ਨਹੀਂ ਰਹੀ, ਕਾਤੇ ਨਹੀਂ ਰਹੀ, ਕਿਉਂ ਨਹੀਂ ਰਹੀ, ਮੈਂ ਕਿੱਡਾ ਵੱਡਾ ਬਣ ਗਿਆ ਜਾਂ ਬਹੁਤ ਬਿਜ਼ੀ ਹੋ ਗਿਆ, ਕੀ ਹੋਇਆ? ਨਹੀਂ, ਅੰਦਰ ਜਾਂਚ ਕਰੋ, ਆਪਣੇ ਅੰਦਰ ਵੜੋ, ਅੰਦਰ ਵੜ ਕੇ ਉਸ ਚੀਜ਼ ਨੂੰ ਪ੍ਰਭੂ ਨੂੰ ਕਹੋ ਧੋ ਦੋ, ਤੇ ਅਸੀਂ ਪਿਆਰ ਦੇ ਨਾਲ ਇੱਕ ਦੂਜੇ ਨੂੰ ਸੀਸਾਂ ਦੇਈਏ। ਜਦੋਂ ਕੋਈ ਬੋਲੇ ਉਹਦੇ ਪਿਆਰ ਦੇ ਨਾਲ ਪਿਆਰ ਪੂਰਾ ਜਤਾਈਏ। ਜਦੋਂ ਕੋਈ ਚਰਚਾ ਪਰਮੇਸ਼ਰ ਦੇ ਨਾਮ ਦੀ ਕਰੇ, ਅੰਦਰ ਦੀਆਂ ਖੋਜੀਆਂ ਤੇਰੀਆਂ ਦਿੱਤੀਆਂ ਹੋਈਆਂ ਗੱਲਾਂ ਦੀ, ਤੇ ਸਾਨੂੰ ਚਾਹ ਚੜ ਜਾਵੇ, ਅਸੀਂ ਪਰਮੇਸ਼ਰ ਕਹਿੰਦਾ ਹੇ ਪਾਪੀਓ, ਆਪਣੇ ਹੱਥ ਧੋ, ਆਪਣੇ ਹੱਥ ਸ਼ੁੱਧ ਕਰੋ ਅਤੇ ਆਪਣੇ ਦੋ ਚਿੱਤੇ ਦਿਲਾਂ ਨੂੰ ਪਵਿੱਤਰ ਕਰੋ। ਦੁਖੀ ਹੋਵੋ, ਸੋਗ ਕਰੋ ਇਸ ਗੱਲ ਦਾ, ਅਤੇ ਰੋਵੋ ਇਸ ਗੱਲ ਤੇ, ਰੋ ਕੇ ਪਰਮੇਸ਼ਰ ਕੋਲੋਂ ਮੰਗੋ। ਇਹ ਪਰਮੇਸ਼ਰ ਸਾਨੂੰ ਦੇ, ਸਾਡਾ ਹਿਰਦਾ ਸਾਫ਼ ਕਰ ਦੇ, ਸਾਡੇ ਅੰਦਰੋਂ ਸੇਕ ਰੂਪੀ ਜਲਸ ਨੂੰ ਧੋ ਦੇ, ਸਾਡੇ ਅੰਦਰੋਂ ਮੈਂ ਦਾ ਬੱਕਰਾ ਮਾਰ ਦੇ, ਸਾਡੇ ਅੰਦਰੋਂ ਜਿਹੜਾ ਮੈਂ ਦਾ ਹੰਕਾਰ ਦਾ ਬੱਕਰਾ ਆ, ਹਾਲੇਲੂਇਆ, ਇਹਦੇ ਗਲ ਵਿੱਚ ਬਚਨ ਦਾ ਰੱਸਾ ਪਾ ਦੇ, ਤਾਂ ਕਿ ਅਸੀਂ ਸ਼ੁੱਧ ਹੋ ਸਕੀਏ। ਜਿਸ ਤਰ੍ਹਾਂ ਪਰਮੇਸ਼ਰ ਕਹਿੰਦਾ ਤੁਸੀਂ ਹਾਲੇਲੂਇਆ ਦਿਲਾਂ ਨੂੰ ਪਵਿੱਤਰ ਕਰੋ, ਦੁਖੀ ਹੋਵੋ, ਸਗੋਂ ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ। ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ। ਹੇ ਭਰਾਵੋ, ਇੱਕ ਦੂਏ ਦੇ ਵਿਰੁੱਧ ਨਾ ਬੋਲੋ। ਹਾਲੇਲੂਇਆ, ਹਾਲੇਲੂਇਆ। ਉਹ ਮੇਰੇ ਪਰਮੇਸ਼ਰ, ਸਾਡੇ ਉੱਤੇ ਦਇਆ ਕਰੋ। ਇਹ ਸਾਨੂੰ ਡੂੰਘੀਆਂ ਆਪਣੇ ਬਚਨਾਂ ਦੀ ਆਪ ਸਿਖਾਓ, ਸਾਡੇ ਅੰਦਰ ਬੋਲੋ। ਹੇ ਪਵਿੱਤਰ ਆਤਮਾ, ਇਹਨਾਂ ਬਚਨਾਂ ਨੂੰ ਤੂੰ ਬੁਲਾਉਂਦਾ ਪਿਆ ਆ, ਸਾਡੇ ਵਿੱਚ ਕੋਈ ਗੁਣ ਨਹੀਂ ਹੈਗਾ। ਸਾਡੇ ਸਾਹ ਜਿਹੜੇ ਆ, ਇਹ ਮੇਰੇ ਪਰਮੇਸ਼ਰ ਅੰਦਰ ਦਿਲ ਰੂਪੀ ਇੰਜਣ ਆ, ਉਹਦੇ ਵਿੱਚ ਤੇਰਾ ਸਾਹਾਂ ਦਾ ਤੇਲ ਪਾਇਆ ਤੂੰ, ਤਾਂ ਉਹ ਜਿੰਨਾ ਚਿਰ ਸਾਹ ਚੱਲਦੇ ਆ ਉਹ ਇੰਜਣ ਚੱਲਦਾ ਆ। ਜਿੱਦਣ ਸਾਹ ਮੁੱਕ ਗਏ ਇੰਜਣ ਬੰਦ। ਫਿਰ ਚੱਕ ਲੈਣਗੇ ਚਾਰ ਕਹਾਰ ਤੈਨੂੰ, ਮੰਜੇ ਸੀੜੀ ਤੇ ਕਰਨ ਸਵਾਰ ਤੈਨੂੰ, ਤੇ ਸੁੱਟ ਆਉਣਗੇ ਚੱਕ ਕੇ ਬਾਹਰ ਤੈਨੂੰ। ਓਏ ਤੂੰ ਕੀ ਆ, ਮਿੱਟੀ ਦਿਆ ਬਾਵਿਆ, ਤੂੰ ਕੀ ਆ, ਇੱਕ ਸਾਹ ਦਾ ਪ੍ਰਾਹੁਣਾ, ਕੀ ਬਣਿਆ ਫਿਰਦਾ?
कारू बादशाह ने 40 गंज जोड़े सी माया की लिया 40 गंज माया जोड़ के ते कारू गया दुनिया तो खाली ਉਹਨੇ ਆਪਣੇ ਹੱਥ ਕਿਹਾ ਸੀ ਸੀੜੀ ਤੋਂ ਆਖਰ ਉਹਨੂੰ ਆ ਗਿਆ ਸੀਗਾ ਲੰਬੀ ਸਾਖੀ ਆ ਉਹਦੀ ਤੇ ਪਤਾ ਲੱਗਾ ਸੀ ਕਿ ਇੱਕ ਸੂਈ ਨਹੀਂ ਮੇਰੇ ਨਾਲ ਜਾ ਸਕਦੀ ਤੇ ਮੇਰੇ ਧਨ ਖਜ਼ਾਨੇ ਜਿਹੜੇ ਮੁਰਦਿਆਂ ਦੇ ਮੂੰਹਾਂ 'ਚੋਂ ਵੀ ਪੈਸੇ ਕੱਢੇ ਮੇਰੇ ਨਾਲ ਨਹੀਂ ਜਾਣੇ ਜਿਹੜੇ ਖਜ਼ਾਨੇ 'ਚ ਪਾਏ ਉਹਨੇ ਹਸਪੀਟਲ ਖੋਲ੍ਹੇ ਸੀ ਫਿਰ ਉਹਨੇ ਆਖਰ ਉਹਨੇ ਆਪਣੇ ਯਤੀਮਾਂ ਨੂੰ ਵਿਧਵਾ ਨੂੰ ਸਰਾਂ ਬਣਾਈਆਂ ਸੀਗੀਆਂ ਇਹਨਾਂ ਮਤਲਬ ਕਿ ਸੇਵਾ ਕੀਤੀ ਸੀ ਤਾਂ ਕਿ ਉਹ ਬਦਲ ਗਿਆ ਸੀ ਤੇ ਮਰਨ ਵੇਲੇ ਉਹਨੇ ਕਿਹਾ ਸੀ ਮੇਰੇ ਹੱਥ ਸੀੜੀ ਤੋਂ ਬਾਹਰ ਕੱਢਿਓ ਲੋਕਾਂ ਨੂੰ ਪਤਾ ਲੱਗੇ ਭਈ 40 ਗੰਜ ਮਾਇਆ ਜੋੜ ਕੇ ਤੇ ਕਾਰੂ ਗਿਆ ਦੁਨੀਆ ਤੋਂ ਖਾਲੀ 40 ਗੰਜ ਮਾਇਆ ਜੋੜੀ ਸੀ 40 ਗੰਜ ਓਏ ਇਸ ਚੀਜ਼ ਦਾ ਹੰਕਾਰ ਨਾ ਕਰੋ ਜੇ ਉਹਦਾ ਹੰਕਾਰ ਮਿਟ ਗਿਆ ਤੇ ਆਪਣੇ ਗੁਣ ਗਿਆਨ ਦਾ ਹੰਕਾਰ ਨਾ ਕਰੋ ਜੇ ਮੁਫਤ 'ਚ ਮਿਲਿਆ ਨਾ ਪਰਮੇਸ਼ਰ ਕਹਿੰਦਾ ਤੇ ਮੁਫਤ 'ਚ ਵੰਡੋ ਰੱਤਾ ਜਿੰਨਾ ਵੀ ਨਾ ਕਰੋ ਕਿ ਇੱਧਰੋਂ ਦਸਵੰਧ ਆਇਆ ਜੇ ਆਇਆ ਉਹ ਆਇਆ ਜਿੱਥੇ ਮਰਜੀ ਦਸਵੰਧ ਨੂੰ ਉੱਥੇ ਸੇਵਾ 'ਤੇ ਲਾਓ ਜਿੱਥੇ ਪ੍ਰਭੂ ਨੂੰ ਜ਼ਰੂਰਤ ਆ ਉਹ ਕਹਿੰਦਾ ਜਿੱਥੇ ਮੈਂ ਮੰਗਿਆ ਉੱਥੇ ਤੂੰ ਮੈਨੂੰ ਦਿੱਤਾ ਨਹੀਂ ਜਿੱਥੇ ਮੈਂ ਮੰਗਿਆ ਸੀ ਮੈਂ ਜਿੱਥੇ ਬਿਮਾਰ ਸੀ ਮੈਂ ਜਿੱਥੇ ਭੁੱਖਾ ਸੀ ਆਖੇ ਅਸੀਂ ਪਰਮੇਸ਼ਰ ਦੇ ਲੱਗਣਾ ਆ ਅਸੀਂ ਪਰਮੇਸ਼ਰ ਕੋਲੋਂ ਗੱਲਾਂ ਸਾਰੀਆਂ ਪੁੱਛਣੀਆਂ ਆ ਸਾਡਾ ਪਰਮੇਸ਼ਰ ਪਿਤਾ ਆ ਅਸੀਂ ਉਹਦੇ ਬੱਚੇ ਆ ਅਸੀਂ ਉਹਦੀਆਂ ਰੂਹਾਂ ਆ ਤੇ ਸਾਡੀਆਂ ਰੂਹਾਂ ਦੀ ਪਾਲਣਾ ਉਹ ਕਰਦਾ ਆ ਉਹ ਪਿਤਾ ਆ ਜਿਸ ਤਰ੍ਹਾਂ ਪਰਮੇਸ਼ਰ ਇੱਕ ਸੁਣਾਉਂਦੇ ਆ ਆਪਣੇ ਬਚਨ ਵਿੱਚ ਜਿੱਦਾਂ ਇਹ 100 ਦੇ ਵਿੱਚੋਂ ਇੱਕ ਭੇਡ ਦਾ ਬੱਚਾ ਗਵਾਚ ਜਾਵੇ ਤੇ ਜਿਹੜਾ ਅਜਾਲੀ ਆ ਉਹਨੂੰ ਲੱਭਣ ਜਾਂਦਾ ਆ ਐਗਜ਼ਾਮਪਲ ਦਿੰਦੇ ਆ ਪਰਮੇਸ਼ਰ ਐਗਜ਼ਾਮਪਲ ਦਿੰਦੇ ਆ ਇਸੇ ਤਰ੍ਹਾਂ ਹੀ ਮੇਰੀ ਰੂਹ ਜਿਹੜੀ ਵਿਛੜ ਜਾਂਦੀ ਮੈਂ ਉਹਨੂੰ ਇੱਦਾਂ ਹੀ ਲੱਭਦਾ ਫਿਰਦਾ ਆ ਮੇਰੀਆਂ ਰੂਹਾਂ ਆ ਜਿਹੜੀਆਂ ਵੀ ਵਿਛੜਦੀਆਂ ਮੈਂ ਉਹਨਾਂ ਨੂੰ ਇੱਦਾਂ ਹੀ ਲੱਭਦਾ ਆ ਜਿੱਦਾਂ ਉਹ 99 ਨੂੰ ਛੱਡ ਕੇ ਤੇ ਇੱਕ ਨੂੰ ਲੱਭਣ ਚਲੇ ਗਿਆ ਇਸੇ ਤਰ੍ਹਾਂ ਹੀ ਲੱਭਦਾ ਆ ਹਾਲੇਲੂਇਆ ਇਸੇ ਤਰ੍ਹਾਂ ਮੈਂ ਲੱਭਦਾ ਆ ਤੇ ਜਦੋਂ ਮੈਨੂੰ ਲੱਭ ਪੈਂਦਾ ਆ ਫਿਰ ਮੈਂ ਇੰਨਾ ਖੁਸ਼ ਹੁੰਦਾ ਜਿਵੇਂ ਤੁਸੀਂ ਆਪਣੇ ਗੁਆਚੇ ਬੱਚੇ ਨੂੰ ਲੱਭ ਲੈਂਦੇ ਆ ਤੁਹਾਡਾ ਗੁਆਚਾ ਬੱਚਾ ਤੁਹਾਨੂੰ ਲੱਭਦਾ ਆ ਤੇ ਤੁਸੀਂ ਜਿੰਨੇ ਖੁਸ਼ ਹੁੰਦੇ ਆ ਮੈਂ ਉਸ ਤੋਂ ਵੀ ਜ਼ਿਆਦਾ ਖੁਸ਼ ਹੁੰਦਾ ਆ ਕਿਉਂਕਿ ਉਹ ਨਰਕਾਂ ਦੀ ਅੱਗ ਤੋਂ ਬਚ ਗਿਆ ਉਹ ਨਰਕਾਂ ਦੀ ਅੱਗ ਤੋਂ ਬਚ ਗਿਆ ਤਾਂ ਇਸ ਤਰ੍ਹਾਂ ਪਰਮੇਸ਼ਰ ਕਹਿੰਦਾ ਆ ਹੱਥ ਸ਼ੁੱਧ ਕਰੋ ਹੇ ਦੁਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਦੁਖੀ ਹੋਵੋ ਸੋਗ ਕਰੋ ਰੋਵੋ ਅਤੇ ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ ਪ੍ਰਭੂ ਦੇ ਅੱਗੇ ਨੀਵੇਂ ਹੋਵੋ ਨੀਵੇਂ ਬਣੋ ਤਾਂ ਤੁਹਾਨੂੰ ਉਹ ਉੱਚਿਆਂ ਕਰੂਗਾ ਹੇ ਪ੍ਰਭੂ ਉੱਚਿਆਂ ਹੋਣ ਵਾਲੀ ਸਾਡੀ ਬਿਰਤੀ ਇੱਕ ਰੇਤ ਦੇ ਦਾਣੇ ਜਿੰਨੀ ਵੀ ਸਾਡੇ ਵਿੱਚ ਨਾ ਆਵੇ ਜਾਂ ਤੇਰੀ ਗੋਦ ਵਿੱਚ ਆ ਤੇ ਅਸੀਂ ਲੋਹਾ ਜਿੱਦਾਂ ਲੱਕੜੀ ਦੇ ਨਾਲ ਕਾਠ ਦੇ ਨਾਲ ਜੁੜਿਆ ਆ ਤੇ ਉਹ ਤਰਦਾ ਆ ਪਰ ਲੋਹਾ ਕਾਠ ਦੇ ਨਾਲੋਂ ਅਲੱਗ ਮੇਖ ਹੋ ਗਈ ਆ ਨਾ ਹੈਗੀ ਉਹ ਮੇਖ ਆ ਪਰ ਉਹ ਡੁੱਬ ਜਾਂਦੀ ਆ ਇਹ ਪ੍ਰਭੂ ਦਇਆ ਕਰੀ ਹੁਣ ਆਪਾਂ ਉਸ ਗੀਤ ਵੱਲ ਜਾਈਏ ਕਿ ਗੀਤ ਜਿਹੜਾ ਆ ਉਹ ਆਪਾਂ ਪ੍ਰੇਮ ਦੇ ਨਾਲ ਉਸ ਗੀਤ ਨੂੰ ਸਰਵਣ ਕਰੀਏ ਭਈ ਕਿਹੜਾ ਗੀਤ ਆ ਉਹ ਜਿਹੜਾ ਪਰਮੇਸ਼ਰ ਨੇ ਆਪਾਂ ਨੂੰ ਨਵਾਂ ਗੀਤ ਦਿੱਤਾ ਆ ਤੇ ਇਹ ਸਾਰੇ ਗੀਤ ਦੇ ਅਰਥ ਆ ਭਾਵ ਕਿ ਇਸੇ ਤਰ੍ਹਾਂ ਹੀ ਉਹ ਗੀਤ ਜਿਹੜਾ ਸਾਨੂੰ ਬ੍ਰਹਮ ਵਿਚਾਰ ਦੀਆਂ ਗੱਲਾਂ ਡੂੰਘਾਈਆਂ ਵਿੱਚੋਂ ਦੱਸਦਾ ਆ ਤੇ ਅਸੀਂ ਸਾਡੇ ਮਨ ਸ਼ਿੱਧ ਜਾਣ ਸਾਡੇ ਘਰਾਂ ਵਿੱਚ ਬਰਕਤ ਆ ਜਾਵੇ ਜਿਹੜਾ ਇਸ ਗੀਤ ਨੂੰ ਪ੍ਰੇਮ ਨਾਲ ਸੁਣੇ ਉਹਦਾ ਮਨ ਪਵਿੱਤਰ ਹੋ ਜਾਵੇ ਜਿਹੜਾ ਇਸ ਗੀਤ ਨੂੰ ਪ੍ਰੇਮ ਨਾਲ ਸੁਣੇ ਇਹਨਾਂ ਬਚਨਾਂ ਨੂੰ ਪ੍ਰੇਮ ਨਾਲ ਸੁਣੇ ਜਿਹੜੇ ਪ੍ਰਭੂ ਦੇ ਬਚਨ ਆ ਤੇ ਉਹ ਪ੍ਰਭੂ ਦੇ ਬਚਨਾਂ ਦਾ ਜੂਸ ਆ ਇਹਨਾਂ ਬਚਨਾਂ ਨੂੰ ਜਿਹੜਾ ਮਨ ਲਾ ਕੇ ਸੁਣੂਗਾ ਉਹਦੇ ਘਰ 'ਚ ਬਰਕਤਾਂ ਆਉਣਗੀਆਂ ਉਹਦੇ ਘਰ ਦੇ ਵਿੱਚੋਂ ਹਰ ਬੁਰੀ ਬਲਾ ਨਿਕਲੂਗੀ ਸ਼ਾਂਤੀ ਆਊਗੀ ਅਕਲ ਆਊਗੀ ਮਤ ਆਊਗੀ ਬੁੱਧ ਆਊਗੀ ਤੇ ਹੰਕਾਰ ਜਾਊਗਾ ਨਫ਼ਰਤ ਜਾਊਗੀ ਆਓ ਪ੍ਰੇਮ ਦੇ ਨਾਲ ਸਰਵਣ ਕਰੀਏ ਹੁਣ ਹਾਜ ਤੇ
ਲੈ ਲੋ ਟਿਕਟਾਂ ਜੇ ਚੜਨਾ ਜੱਸੂ ਦੇ ਜਹਾਜ਼ 'ਚ ਲੈ ਲੋ ਟਿਕਟਾਂ ਜੇ ਚੜਨਾ ਜੱਸੂ ਦੇ ਜਹਾਜ਼ 'ਚ ਹਾਂ ਤੇ ਜੱਸੂਏ ਦੀ ਬਾਰੀ ਜੱਸੂਏ ਦਾ ਬੂਹਾ ਤੇ ਜੱਸੂਏ ਦੀ ਬਾਰੀ ਗਲੀ ਵਿੱਚੋਂ ਦੀ ਲੰਘਾਊ ਵਾਰੋ ਵਾਰੀ ਪੀੜੀ ਗਲੀ ਵਿੱਚੋਂ ਦੀ ਲੰਘਾਊ ਵਾਰੋ ਵਾਰੀ ਵਿੱਚੋਂ ਦੀ ਲੰਘਾਊ ਵਾਰੋ ਵਾਰੀ ਪੀੜੀ ਗਲੀ ਜਾਣਾ ਐਵੇਂ ਗੱਲਾਂ 'ਚ ਨਾ ਆ ਜਿਓ ਸੌਖਾ ਨਹੀਂ ਹੋ ਜਾਣਾ ਐਵੇਂ ਗੱਲਾਂ 'ਚ ਨਾ ਆ ਜਿਓ ਨਹੀਂ ਹੋ ਜਾਣਾ ਐਵੇਂ ਗੱਲਾਂ 'ਚ ਨਾ ਆ ਜਿਓ ਸੌਖਾ ਨਹੀਂ ਹੋ ਜਾਣਾ ਐਵੇਂ ਗੱਲਾਂ 'ਚ ਨਾ ਆ ਜਿਓ ਹੋ ਜਾਣਾ ਐਵੇਂ ਗੱਲਾਂ 'ਚ ਨਾ ਆ ਜਿਓ ਪੀੜੀ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ ਪੀੜੀ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ ਪੀੜੀ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ ਦੇ ਜਹਾਜ਼ 'ਚ ਲੈ ਲੋ ਟਿਕਟਾਂ ਜੇ ਚੜਨਾ ਜੱਸੂ ਦੇ ਜਹਾਜ਼ 'ਚ ਇੰਜਣ ਜਾਵੋ ਆਏ ਦਾ ਤੇਲ ਦਾ ਇੰਜਣ ਜਾਵੋ ਆਏ ਦਾ ਤੇਲ ਸਾਹ ਵੀ ਉਹਦੇ ਦਿਲ ਵੀ ਉਹਨੇ ਬਣਾਇਆ ਮੇਲ ਜਾਓ ਜਹਾਜ਼ ਵਿੱਚ ਹੋ ਜਾਊਗਾ ਮੇਲ ਜਹਾਜ਼ ਵਿੱਚ ਹੋ ਜਾਊਗਾ ਮੇਲ ਹੋ ਜਾਊਗਾ ਮੇਲ ਮੇਲ ਹੋ ਜਾਊਗਾ ਮੇਲ ਮੇਲ ਹੋ ਜਾਊਗਾ ਮੇਲ ਮੇਲ ਹੋ ਜਾਊਗਾ ਮੇਲ ਹਾਲੇਲੂਇਆ ਸਿੱਕੇ ਦੇ ਕੇ ਤੇ ਖੜਿਆਂ ਨਾ ਵਟਾ ਲਵੋ ਖੋਟੇ ਸਿੱਕੇ ਦੇ ਕੇ ਖੜਿਆਂ ਵਟਾ ਲਵੋ ਖੋਟੇ ਸਿੱਕੇ ਦਵੋ ਕੇ ਤੇ ਖੜਿਆਂ ਨਾ ਵਟਾ ਲਵੋ ਨਾ ਵਟਾ ਲਵੋ ਖੋਟੇ ਸਿੱਕੇ ਦੇ ਕੇ ਤੇ ਖੜਿਆਂ ਨਾ ਵਟਾ ਲਵੋ ਐਕੇ ਦੇ ਨੱਕ 'ਚ ਨੱਥ ਪਾ ਦਿਓ ਛੱਡ ਦੇ ਵੜਕੇ ਦੇ ਨੱਕ 'ਚ ਨੱਥ ਪਾ ਦਿਓ ਛੱਡ ਕੇ ਤੇ ਕੀੜੀ ਬਣ ਕੇ ਆ ਜਾਓ ਹਾਥੀ ਬਣਨਾ ਛੱਡ ਕੇ ਤੇ ਕੀੜੀ ਬਣ ਕੇ ਆ ਜਾਓ ਉੱਤੇ ਬਹਿ ਜਾਓ ਲੀਮੀ ਵਾਲੀ ਸੀਟ ਉੱਤੇ ਜੋ ਲੀਮੀ ਵਾਲੀ ਸੀਟ ਉੱਤੇ ਬਹਿ ਜਾਓ ਬਹਿ ਜਾਓ ਉੱਤੇ ਬਹਿ ਜਾਓ ਉੱਤੇ ਬਹਿ ਜਾਓ ਚੜਨਾ ਜੱਸੂ ਦੇ ਜਹਾਜ਼ 'ਚ ਲੈ ਲੋ ਟਿਕਟਾਂ ਜੇ ਚੜਨਾ ਜੱਸੂ ਦੇ ਜਹਾਜ਼ 'ਚ ਜੱਸੂਏ ਦੀ ਬਾਰੀ ਗਲੀ ਵਿੱਚੋਂ ਦੀ ਲੰਘਾਊ ਵਾਰੋ ਵਾਰੀ ਵਿੱਚੋਂ ਦੀ ਲੰਘਾਊ ਵਾਰੋ ਵਾਰੀ
ਰੱਸਾ ਪਾ ਦਿਓ। ਹੰਕਾਰ ਵਾਲੇ ਬੱਕਰੇ ਦੇ ਗਲ ਵਿੱਚ ਬਚਨ ਦਾ ਰੱਸਾ ਪਾ ਦਿਓ। ਦੇ ਨੂੰ ਬੋਲਣੋਂ ਹਟਾ ਦਿਓ। ਮੈਂ ਕਰਦੇ ਨੂੰ ਬੋਲਣੋਂ ਹਟਾ ਦਿਓ। ਮੈਂ 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 ਉਹ ਮੈਂ 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 ਕਰਦੇ ਨੂੰ ਬੋਲਣੋਂ ਹਟਾ ਦਿਓ। ਬੋਲਣੋਂ ਹਟਾ ਦਿਓ। ਕਰਦੇ ਨੂੰ ਬੋਲਣੋਂ ਹਟਾ ਦਿਓ। ਮੈਂ ਕਰਦੇ ਨੂੰ ਬੋਲਣੋਂ ਹਟਾ ਦਿਓ। ਓਏ ਮੈਂ ਕਰਦੇ ਨੂੰ ਬੋਲਣੋਂ ਹਟਾ ਦਿਓ। ਦੂਤਾਂ ਨੂੰ ਬਿਠਾ ਦਿਓ। ਓਏ ਬੁੱਲਾਂ ਉੱਤੇ ਜੱਸੂ ਦੇ ਦੂਤਾਂ ਨੂੰ ਬਿਠਾ ਦਿਓ। ਦੂਤਾਂ ਨੂੰ ਬਿਠਾ ਦਿਓ। ਓਏ ਬੁੱਲਾਂ ਉੱਤੇ ਜੱਸੂ ਜੀ ਦੇ ਦੂਤਾਂ ਨੂੰ ਬਿਠਾ ਦਿਓ। ਜੋ ਹਾਥੀ ਬਣਨਾ ਛੱਡ ਕੇ ਤੇ ਕੀੜੀ ਬਣ ਕੇ ਆ ਜਾਓ। ਹਾਥੀ ਬਣਨਾ ਛੱਡ ਕੇ ਤੇ ਕੀੜੀ ਬਣ ਕੇ ਆ ਜਾਓ। ਚੜਨਾ ਜੱਸੂ ਦੇ ਜਹਾਜ਼ 'ਚ ਓਏ ਲੈ ਲੋ ਟਿਕਟਾਂ। ਜਿਓ ਸੌਖਾ ਨਹੀਂ ਹੋ ਜਾਣਾ ਐਵੇਂ ਗੱਪਾਂ 'ਚ ਨਾ ਜਿਓ। ਪਿਆਰਿਓ ਭੀੜੀ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ। ਸਾਧ ਤੇ ਲੜਾਈ ਸਾਰੀ ਛੱਡ ਕੇ। ਝਗੜੇ ਫਸਾਦ ਤੇ ਲੜਾਈ ਸਾਰੀ ਛੱਡ ਕੇ। ਬੱਕਰੇ ਨੂੰ ਵੱਢ ਕੇ। ਓਏ ਮੈਂ ਕਰਨ ਵਾਲੇ ਬੱਕਰੇ ਨੂੰ ਵੱਢ ਕੇ। ਦੁਵਾਲੀ ਬਿਰਤੀ ਨੂੰ ਕੱਢ ਕੇ। ਜਲਸ ਦੇ ਵਿਰੋਧ ਵਾਲੀ ਬਿਰਤੀ ਨੂੰ ਕੱਢ ਕੇ। ਵੇ ਬੱਕਰੇ ਨੂੰ ਵੱਢ ਕੇ। ਕਰਨ ਵਾਲੇ ਬੱਕਰੇ ਨੂੰ ਵੱਢ ਕੇ। ਬਿਰਤੀ ਨੂੰ ਕੱਢ ਕੇ। ਜਲਸ ਤੇ ਵਿਰੋਧ ਵਾਲੀ ਬਿਰਤੀ ਨੂੰ ਕੱਢ ਕੇ। ਤੇ ਬਹਿ ਜਵੋ ਮੇਚਾ ਤੇ ਪ੍ਰੇਮ ਵਾਲੀ ਸੀਟ ਉੱਤੇ ਬਹਿ ਜਵੋ। ਤੇ ਪ੍ਰੇਮ ਵਾਲੀ ਸੀਟ ਉੱਤੇ ਬਹਿ ਜਵੋ। ਜੇ ਚੜਨਾ ਜੱਸੂ ਦੇ ਜਹਾਜ਼ 'ਚ ਲੈ ਲੋ ਟਿਕਟਾਂ। ਜੇ ਚੜਨਾ ਜੱਸੂ ਦੇ ਜਹਾਜ਼ 'ਚ ਗੱਪਾਂ 'ਚ ਨਾ ਆ ਜਿਓ। ਸੌਖਾ ਨਹੀਂ ਹੋ ਜਾਣਾ ਐਵੇਂ ਗੱਪਾਂ 'ਚ ਨਾ ਆ ਜਿਓ। ਜਿਹੜੇ ਛੋ ਮੈਂ ਦੇ ਡੇਰੇ ਮੈਂ ਦੇ ਡੇਰੇ ਲੈਂਦੇ ਵਿੱਚ ਘੇਰੇ। ਉਹ ਜਿਹੜੇ ਲੈਂਦੇ ਵਿੱਚ ਘੇਰੇ। ਜਵੋਹਾਦੀ ਮਨ ਬੱਕਰੇ ਨੂੰ ਬਲੀ ਚੜਾ ਦਿਓ। ਜਵੋਹਾਦੀ ਮਨ ਨੂੰ ਬਲੀ ਚੜਾ ਦਿਓ। ਮਨ ਬੱਕਰੇ ਨੂੰ ਬਲੀ ਚੜਾ ਦਿਓ। ਚੜਾ ਦਿਓ ਮਨ ਬੱਕਰੇ ਦੀ ਬਲੀ ਨੂੰ ਚੜਾ ਦਿਓ। ਫਿਰ ਕੀ ਮਿਲਣਾ।
ਹੁਣ ਤੇਰੇ ਕਿਰਮ ਚ ਵਰਗੇ ਭਾਵੇਂ ਪਾਪ ਹੋਣ ਤੇਰੇ ਤੇਰੇ ਭਾਵੇਂ ਪਾਪ ਹੋਣ ਤੇਰੇ ਕਿਰਮ ਚ ਵਰਗੇ ਭਾਵੇਂ ਪਾਪ ਹੋਣ ਤੇਰੇ ਭਾਵੇਂ ਪਾਪ ਹੋਣ ਤੇਰੇ ਪਾਪ ਹੋਣ ਤੇਰੇ ਕਿਰਮ ਚ ਵਰਗੇ ਭਾਵੇਂ ਪਾਪ ਹੋਣ ਤੇਰੇ। ਇਸ ਤਰ੍ਹਾਂ ਦਾ ਬਣ ਕੇ ਆ ਜਾ ਮੇਰੇ ਕੋਲ, ਜਿਸ ਤਰ੍ਹਾਂ ਦਾ ਤੈਨੂੰ ਸੁਨੇਹਾ ਦੇ ਦਿੱਤਾ ਆ। ਉਹ ਖੋਟੇਪਨ ਨੂੰ ਛੱਡ ਦੇ, ਆਪਣੇ ਖੋਟੇ ਮਨ ਨੂੰ ਖਤਮ ਕਰ ਦੇ ਆਪਣੇ ਵਿੱਚੋਂ, ਆਪਣੀ ਮੈਂ ਨੂੰ ਖਤਮ ਕਰ ਦੇ, ਆਪਣੇ ਹੰਕਾਰ ਨੂੰ ਖਤਮ ਕਰ ਦੇ, ਆਪਣੇ ਵਿੱਚੋਂ ਲੜਾਈਆਂ ਝਗੜੇ ਖਤਮ ਕਰ ਦੇ, ਆਪਣੇ ਵਿੱਚ ਹਾਲੀਮੀ ਲੈ ਆ, ਆਪਣੇ ਵਿੱਚ ਨਿਰਮਤਾ ਨੂੰ ਲੈ ਆ। ਉਹ ਜਿਹੜੀਆਂ ਪਰਮੇਸ਼ਰ ਦੀਆਂ ਦਾਤਾਂ ਉਹਨਾਂ ਨੂੰ ਗ੍ਰਹਿਣ ਕਰ। ਹਾਲੇਲੂਇਆ। ਫਿਰ ਪਰਮੇਸ਼ਰ ਕਹਿੰਦਾ ਕਿਰਮ ਚ ਵਰਗੇ ਭਾਵੇਂ ਪਾਪ ਹੋਣ ਤੇਰੇ ਵਰਗੇ ਭਾਵੇਂ ਪਾਪ ਹੋਣ ਤੇਰੇ ਸਾਰੇ ਤੋ ਯਿਸੂ ਸਾਰੇ ਤੋ ਨੇ ਤੋਤੇ ਅਬ ਤੇਰੇ। ਕਿੰਨੇ ਕਰੋੜਾਂ ਦੇ ਰੋਜ਼ ਪਾਪ ਧੋਂਦਾ ਮੇਰਾ ਯਿਸੂ, ਪਰਮੇਸ਼ਰ ਧੋਂਦਾ, ਯਿਸੂ ਧੋਂਦਾ, ਯਿਸੂ ਪਾਪ ਹੋਣ ਤੇਰੇ ਯਿਸੂ ਸਾਰੇ ਧੋਨੇ ਤੋਤੇ ਅਬ ਤੇਰੇ। ਪਾਪ ਹੋਣ ਤੇਰੇ ਭਾਵੇਂ ਪਾਪ ਹੋਣ ਤੇਰੇ ਹੋਏ ਸਾਰੇ ਧੋਨੇ ਤੋਤੇ ਅਬ ਤੇਰੇ ਤੋਨੇ ਤੋਤੇ ਅਬ ਤੇਰੇ ਹੋਏ ਯਿਸੂ ਸਾਰੇ ਤੋਨੇ ਤੋਤੇ ਅਬ ਤੇਰੇ। ਯਿਸੂ ਕਹਿੰਦਾ ਪਿੱਛੇ ਪਿੱਛੇ ਆ ਜਾਵੋ ਚੱਕ ਕੇ ਸਲੀਬ ਮੇਰੇ, ਪਿੱਛੇ ਪਿੱਛੇ ਆ ਜਾਵੋ ਚੱਕ ਕੇ ਪਿੱਛੇ ਪਿੱਛੇ ਆ ਜਾਵੋ ਪਿੱਛੇ ਪਿੱਛੇ ਆ ਜਾਵੋ ਚੱਕ ਕੇ ਸਲੀਬ ਮੇਰੇ, ਪਿੱਛੇ ਪਿੱਛੇ ਆ ਜਾਵੋ। ਚੜਨਾ ਯਿਸੂ ਦੇ ਜਹਾਜ਼ 'ਚ ਲੈ ਲੋ ਟਿਕਟਾਂ ਜੇ ਚੜਨਾ ਯਿਸੂ ਦੇ ਜਹਾਜ਼ 'ਚ। ਬਾਰੀ ਇਹ ਯਿਸੂ ਉਹਦੀ ਬਾਰੀ ਗਲੀ ਵਿੱਚੋਂ ਦੀ ਲੰਘਾਊ ਵਾਰੋ ਵਾਰੀ, ਵਿੱਚੋਂ ਦੀ ਲੰਘਾਊ ਵਾਰੋ ਵਾਰੀ। ਉਹ ਪੀੜੀ ਗਈ ਚੇਨਾ ਆ ਜਿਓ ਸੌਖਾ ਨਹੀਂ ਜਾਣਾ ਐਵੇਂ ਗੱਪਾਂ ਚ ਨਾ ਆ ਜਿਓ। ਕਿਹੜੀ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ, ਚੋਂ ਦੀ ਲੰਘ ਜਾਓ ਪਿਆਰਿਓ, ਕਿਹੜੀ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ, ਪਿਆਰਿਓ ਲੰਘ ਜਾਓ ਪਿਆਰਿਓ, ਪਿਆਰਿਓ ਪੀੜੀ ਗਲੀ ਵਿੱਚੋਂ ਦੀ ਲੰਘ ਜਾਓ ਪਿਆਰਿਓ। ਸੌਖਾ ਨਹੀਂ ਜਾਣਾ, ਸੌਖਾ ਉਦੋਂ ਜਾਣਾ ਆ ਜਦੋਂ ਸਾਡੇ ਇਹ ਅੰਦਰ ਦੇ ਕਪਟ ਮਿਟ ਗਏ ਤੇ ਫਿਰ ਸਾਨੂੰ ਹੋਰ ਕੁਛ ਚੰਗਾ ਲੱਗਣਾ ਹੀ ਨਹੀਂ, ਨਾ ਸਵਾਦ ਲੱਗਣਾ, ਸਭ ਕੁਛ ਕੌੜਾ ਤੇ ਇੱਕ ਤੇਰਾ ਨਾਮ ਹੀ ਮਿੱਠਾ। ਸਭ ਕੁਛ ਕੌੜਾ ਇੱਕ ਤੇਰਾ ਨਾਮ ਮਿੱਠਾ। ਉਹਦੇ ਵਰਗਾ ਕੋਈ ਮਿੱਠਾ ਹੋਰ ਹੈ ਹੀ ਨਹੀਂ ਤੇ ਉਹਦੇ ਵਰਗਾ ਵੱਡਾ ਕੋਈ ਹੈ ਹੀ ਨਹੀਂ। ਤੇ ਇਹ ਪ੍ਰਭੂ ਮੈਨੂੰ ਰੇਤ ਦੇ ਦਾਣੇ ਤੋਂ ਥੱਲੇ ਕਰ। ਇਹ ਪ੍ਰਭੂ ਮੇਰੇ ਪਾਪਾਂ ਨੂੰ, ਮੇਰਿਆਂ ਕਪਟਾਂ ਨੂੰ ਧੋ ਦੇ, ਅੱਗ ਪਾ ਕੇ ਸਾੜ ਦੇ, ਤਾਂ ਕਿ ਮੈਂ ਇਹ ਪਰਮੇਸ਼ਰ ਮੈਂ ਨਾ ਮੇਰਾ ਮੈਂ ਵਾਲਾ ਬੱਕਰਾ ਜਿਹੜਾ ਆ ਉੱਥੇ ਤੂੰ ਜਦੋਂ ਬੱਕਰੇ ਨੂੰ ਕਹਿੰਦੇ ਉਹ ਲਾਈ ਜਾਂਦੀ ਉਹਦੀ ਖਾਲੜੀ ਤੇ ਫਿਰ ਉਹਨੂੰ ਉਹਦੀਆਂ ਜਿਹੜੀਆਂ ਆਂਦਰਾਂ ਉਹਨਾਂ ਦੀ ਬਣਾਈ ਜਾਂਦੀ ਤਾਰ ਤੁੰਬੀ ਉੱਤੇ ਕਰਦਾ ਤੂੰ ਉਹਨਾਂ ਚਿਕਰ ਤੂੰ ਨਹੀਂ ਕਰਦਾ। ਇਹ ਸਭ ਕੁਛ ਪਾਪ ਸਾਡੇ ਅੰਦਰੋਂ ਖਤਮ ਹੋ ਜਾਣ, ਇਹ ਈਰਖਾਵਾਂ ਖਤਮ ਹੋ ਜਾਣ, ਹੰਕਾਰ ਖਤਮ ਹੋ ਜਾਵੇ ਤੇ ਅਸੀਂ ਪਰਮੇਸ਼ਰ ਨੂੰ ਕਹੀਏ ਤੂੰ ਹੀ ਤੂੰ। ਇਹ ਸਰੀਰ ਨਹੀਂ ਤੇਰਾ, ਇਹ ਮੇਰਾ ਨਹੀਂ, ਇਹ ਤੂੰ ਹੀ ਤੂੰ। ਇਹ ਮੰਦਰ ਜਿਹੜਾ ਤੂੰ ਬਣਾਇਆ ਇਹ
ਤੂੰ ਹੀ ਤੂੰ। ਸਾਨੂੰ ਇੱਦਾਂ ਭਾਸੇ ਅਸੀਂ ਆਨੰਦ ਨਾਲ ਭਰ ਜਾਈਏ, ਜਿੰਨੇ ਰੂਹਾਂ ਇਹਨੂੰ ਸੁਣਨ ਆਨੰਦ ਨਾਲ ਭਰ ਜਾਣ, ਖੁਸ਼ੀ ਨਾਲ ਭਰ ਜਾਣ, ਖੇੜੇ ਨਾਲ ਭਰ ਜਾਣ। ਆਨੰਦ ਹੀ ਆਨੰਦ ਚਾਰ ਚੁਫੇਰੇ ਨਜ਼ਰ ਆਵੇ ਉਹਨਾਂ ਦੇ ਘਰ ਵਿੱਚ ਸ਼ਾਂਤੀ ਪੈਦਾ ਹੋ ਜਾਵੇ, ਦਿਲ ਵਿੱਚ ਸ਼ਾਂਤੀ ਪੈਦਾ ਹੋ ਜਾਵੇ, ਆਨੰਦ ਪੈਦਾ ਹੋ ਜਾਵੇ। ਯਿਸੂ ਨਾਸਰੀ ਦੇ ਨਾਮ ਦੇ ਵਿੱਚ ਪਿਤਾ, ਪੁੱਤਰ ਤੇ ਪਵਿੱਤਰ ਆਤਮਾ, ਪਿਆਰਾ ਪੁੱਤਰ ਯਿਸੂ ਨਾਸਰੀ, ਮੁਕਤੀ ਦਾਤਾ ਤੇ ਜੀਵਨ ਦਾਤਾ ਯਿਸੂ ਨਾਸਰੀ, ਉਹਦੇ ਨਾਮ 'ਚ ਮੰਗਦੇ ਹਾਂ। ਪ੍ਰੇਮ ਨਾਲ ਪਰਮੇਸ਼ਰ ਦਾ ਬਚਨ ਪੜ੍ਹੋਗੇ, ਤੁਹਾਡੇ ਹਿਰਦੇ ਵਿੱਚ ਘਰ ਹੋਊਗਾ, ਤੁਹਾਡਾ ਹਿਰਦਾ ਧੋਤਾ ਜਾਊਗਾ। ਜਦੋਂ ਹਿਰਦਾ ਧੁੱਪ ਗਿਆ ਤੇ ਫਿਰ ਅੰਦਰ ਉਹ ਵਸ ਜਾਊਗਾ। ਆਮੀਨ, ਆਮੀਨ।